ਸਾਹਿਬ ਜੀ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਤੇਹਾ ਕੋਈ ਨਾ ਸੁਝਈ, ਜੇ ਤਿਸ ਬਿਨ ਕੋਇ ਕਰੇ। ਸਨਮਾਨਯੋਗ ਗੁਰੂ ਜੀ ਕੀ ਸਾਜੀ ਹੋਈ ਸਾਧ ਸੰਗਤ ਜੀ, ਰੱਬੀ ਪਿਆਰ ਦੀਆਂ ਬਾਤਾਂ ਉਸ ਪਿਆਰੇ ਦੀ ਐਸੀ ਬਾਣੀ ਦੀ ਸਾਂਝ ਪਾਉਣ ਤੋਂ ਪ੍ਰਥਮ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਉਹ ਬਹੁਤ ਹੀ ਰੱਬ ਦੇ ਪਰਮਾਤਮਾ ਦੇ ਅਨੰਨ ਭਗਤ ਰਵਿਦਾਸ ਜੀ, ਉਹਨਾਂ ਦੀ ਰਚਨਾ ਤੋਂ ਗਾਇਨ ਕੀਤਾ ਹੋਇਆ ਸ਼ਬਦ ਹੈ, ਜੋ ਕਿ 657 ਅੰਗ ਤੋਂ ਆਰੰਭ ਹੋ ਕੇ 658 ਅੰਗ ਤੇ ਦੀ ਸਮਾਪਤੀ ਹੁੰਦੀ ਆ, ਸੰਪੂਰਨਤਾ ਹੁੰਦੀ ਹੈ। ਅਤੇ ਰਾਗ ਸੋਰਠ ਦੇ ਵਿੱਚ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਸਾਡੀ ਝੋਲੀ ਵਿੱਚ ਅੱਜ ਪਾਇਆ। ਸੋ ਆਓ ਆਪਾਂ ਇਹਦੀ ਵਿਚਾਰ ਕਰਦੇ ਹਾਂ। ਇਸ ਸ਼ਬਦ ਦਾ ਜਿਹੜਾ ਮੂਲ ਭਾਵ ਆ ਉਹ ਇਹੀ ਆ ਕਿ ਜਦੋਂ ਇਨਸਾਨ ਦੇ ਵਿੱਚ ਇੱਕ ਹਉਮੈ ਹੁੰਦੀ ਆ, ਮੈਂ ਹੁੰਦੀ ਆ, ਹੰਕਾਰ ਹੁੰਦਾ, ਅਹੰ ਹੁੰਦਾ, ਅਗਿਆਨਤਾ ਹੁੰਦੀ ਆ, ਭਰਮ ਭੁਲੇਖੇ ਹੁੰਦੇ ਨੇ, ਵਹਿਮ ਹੁੰਦਾ ਇੱਕ, ਉਦੋਂ ਉਹ ਰੱਬ ਨੂੰ ਦੁਨੀਆ ਤੋਂ ਵੱਖਰਾ ਸਮਝਦਾ। ਦੁਬਾਰਾ ਫਿਰ ਦੁਹਰਾ ਦਈਏ, ਜਦੋਂ ਇਨਸਾਨ ਵਿੱਚ ਹਉਮੈ ਹੁੰਦੀ ਆ, ਅਗਿਆਨਤਾ ਹੁੰਦੀ ਆ, ਭਰਮ ਹੁੰਦੇ ਨੇ, ਭੁਲੇਖੇ ਹੁੰਦੇ ਨੇ, ਉਤਨਾ ਚਿਰ ਇਨਸਾਨ ਜਿਹੜਾ ਨਾ ਉਹ ਰੱਬ ਨੂੰ ਤੇ ਉਹਦੀ ਦੁਨੀਆ ਨੂੰ ਵੱਖੋ ਵੱਖ ਸਮਝਦਾ। ਬਿਲਕੁਲ ਉੱਦਾਂ ਹੀ ਜਿੱਦਾਂ ਕਿ ਕੋਈ ਸੋਨੇ ਦੇ ਬਣੇ ਹੋਏ ਕੜੇ ਤੇ ਸੋਨੇ ਨੂੰ ਵੱਖ-ਵੱਖ ਸਮਝਦਾ। ਬਿਲਕੁਲ ਉੱਦਾਂ ਹੀ ਜਿੱਦਾਂ ਕੋਈ ਲਹਿਰਾਂ ਨੂੰ ਤੇ ਨਦੀ ਨੂੰ ਵੱਖ-ਵੱਖ ਸਮਝਦਾ। ਬਿਲਕੁਲ ਉੱਦਾਂ ਹੀ ਜਿੱਦਾਂ ਕੋਈ ਇਨਸਾਨ ਪਰਮਾਤਮਾ ਤੇ ਗੁਰੂ ਦੇ ਵਿੱਚ ਫਰਕ ਸਮਝਦਾ। ਇਸ ਕਰਕੇ ਗੁਰੂ ਮਹਾਰਾਜ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਰੱਸੀ ਨੂੰ ਜਿੱਦਾਂ ਬੰਦਾ ਕਈ ਵਾਰੀ ਸੱਪ ਸਮਝਦਾ, ਬੜੀਆਂ ਭਗਤ ਜੀ ਨੇ ਉਦਾਹਰਨਾਂ ਦਿੱਤੀਆਂ। ਅੱਜ ਦੇ ਸ਼ਬਦ ਵਿੱਚ ਮੂਲ ਭਾਵ ਜਿਹੜਾ ਇਹਦਾ ਭਾਵ ਹੈ,
ਆਵਰਥ ਜਿਹੜੇ ਨੇ ਉਹ ਇਹੀ ਆ, ਜਦੋਂ ਤੱਕ ਸਾਡੇ ਵਿੱਚ ਹਉਮੈ ਆ ਉਦੋਂ ਤੱਕ ਦੁਨੀਆ ਤੇ ਪਰਮਾਤਮਾ ਸਾਡੇ ਲਈ ਦੋ ਨੇ। ਦੁਨੀਆ ਦੇ ਵਿੱਚੋਂ ਕਣ ਕਣ ਦੇ ਵਿੱਚੋਂ ਉਹਦੀ ਜਿਹੜੀ ਹੋਂਦ ਆ ਸਾਨੂੰ ਮਹਿਸੂਸ ਨਹੀਂ ਹੋਵੇਗੀ। ਪਰਮਾਤਮਾ ਨੂੰ ਤੇ ਰੱਬ ਨੂੰ ਤੇ ਦੁਨੀਆ ਨੂੰ ਅਸੀਂ ਵੱਖ-ਵੱਖ ਸਮਝਾਂਗੇ। ਇਹ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇਹ ਵਾਲੀ ਅਵਸਥਾ ਨਹੀਂ ਬਣੇਗੀ ਉਦੋਂ ਤੱਕ ਜਦੋਂ ਤੱਕ ਸਾਡੇ ਵਿੱਚ ਹਉਮੈ, ਮੈਂ, ਅਗਿਆਨਤਾ, ਭਰਮ, ਭੁਲੇਖੇ, ਕਿੰਨੇ ਮਰਜ਼ੀ ਤੁਸੀਂ ਨਾਮ ਇਹਨੂੰ ਦੇ ਲਓ, ਮੂਰਖਤਾ ਵੀ ਕਹਿ ਲਓ। ਭਗਤ ਜੀ ਫਰਮਾਉਂਦੇ ਨੇ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਨੀਆ ਨੂੰ ਬਣਾਉਣ ਵਾਲਾ ਤੇ ਬਣਾ ਕੇ ਉਹਦੇ ਵਿੱਚ ਸਮਾਉਣ ਵਾਲਾ ਇੱਕ ਹੀ ਆ। ਜਿੱਦਾਂ ਦੇਖੋ ਕਿ ਮੰਨ ਲਓ ਆਪਾਂ ਕੋਈ ਤਸਵੀਰ ਬਣਾਈ, ਕੋਈ ਵੀ ਮੁਸੱਵਰ ਆ, ਚਿੱਤਰਕਾਰ ਆ, ਉਹਨੇ ਤਸਵੀਰ ਬਣਾਈ ਆ, ਤਸਵੀਰ ਉਹਦੀ ਬਣਾਈ ਹੋਈ ਕਿਤੇ ਪਈ ਆ, ਕਿਸੇ ਨੇ ਖਰੀਦ ਲਈ, ਕਿਸੇ ਦੇ ਘਰੇ ਪਈ ਆ। ਚਿੱਤਰਕਾਰ ਕਿਤੇ ਆ, ਮੁਸੱਵਰ ਜਿਹੜਾ ਹੈ ਮੂਰਤੀਕਾਰ ਆ ਕੋਈ, ਉਹਨੇ ਮੂਰਤੀਆਂ ਬਣਾਈਆਂ। ਠਠਿਆਰ ਆ, ਉਹਨੇ ਭਾਂਡੇ ਬਣਾਏ, ਭਾਂਡੇ ਕਿਸੇ ਦੇ ਘਰੇ ਪਏ ਆ, ਉਹ ਕਿਤੇ ਫਿਰਦਾ ਆਪ। ਪਰਮਾਤਮਾ ਐਸਾ ਕਰਤਾ ਨਹੀਂ ਕਿ ਜਿਹੜੀ ਚੀਜ਼ ਉਹਨੇ ਬਣਾਈ ਆ ਉਹਦੇ ਤੋਂ ਵੱਖ ਹੋ ਗਿਆ। ਉਹ ਐਸਾ ਕਰਤਾ ਨਹੀਂ ਆ। ਪਰਮਾਤਮਾ ਨਟਰਾਜ ਹੈ। ਜਿੱਦਾਂ ਨਾਚ ਤੇ ਨੱਚਣ ਵਾਲਾ ਵੱਖ-ਵੱਖ ਨਹੀਂ ਹੋ ਸਕਦੇ, ਜਿੱਦਾਂ ਗਾਉਣ ਵਾਲਾ ਤੇ ਸੰਗੀਤ ਵੱਖ-ਵੱਖ ਨਹੀਂ ਹੋ ਸਕਦੇ, ਇੱਕੋ ਹੀ ਹੋਣਗੇ ਤਾਂ ਹੋਣਗੇ, ਨਹੀਂ ਹੋਣਗੇ। ਬਿਲਕੁਲ ਹੂਬਹੂ ਪਰਮਾਤਮਾ ਨੇ ਜੋ ਵੀ ਬਣਾਇਆ, ਜੋ ਵੀ ਸਾਜਿਆ, ਉਹ ਉਹਦੇ ਵਿੱਚ ਬਹਿ ਕੇ ਬਣਾਇਆ ਤੇ ਉਹਦੇ ਤੋਂ ਵੱਖ ਨਹੀਂ ਹੋਇਆ। ਇਹ ਭਗਤ ਜੀ ਕਹਿ ਰਹੇ ਆ। ਜੇ ਉਹਨੇ ਕੀੜੀ ਵੀ ਬਣਾਈ ਆ ਨਾ, ਹਾਥੀ ਵੀ ਬਣਾਇਆ, ਵੱਡੇ ਚੀਜ਼ ਲੈ ਲਈਏ ਆਪਾਂ, ਹਾਥੀ ਬਹੁਤ ਭਾਰੀ ਉਹਦਾ ਸਰੀਰ ਆ, ਛੋਟੀ ਤੋਂ ਛੋਟੀ ਇੱਕ ਚੀਟੀ, ਇੱਕ ਕੀੜੀ, ਦੋਨਾਂ ਨੂੰ ਬਣਾਉਣ ਸਮੇਂ ਬਣਾ ਕੇ ਉਹਦੇ ਤੋਂ ਵੱਖ ਨਹੀਂ ਹੋਇਆ। ਜਿਵੇਂ ਕਿ ਮੂਰਤੀਕਾਰ ਮੂਰਤੀ ਬਣਾ ਕੇ ਉਹਦੇ ਤੋਂ ਵੱਖ ਹੋ ਜਾਂਦਾ। ਮੂਰਤੀ ਕਿਤੇ ਪਈ ਆ, ਮੂਰਤੀਕਾਰ ਕਿਤੇ ਫਿਰਦਾ। ਇੱਦਾਂ ਨਹੀਂ ਉਹ ਕਰਦਾ, ਇੱਦਾਂ ਨਹੀਂ ਕਿ ਉਹ ਕਿਤੇ ਫਿਰਦਾ, ਕੀੜੀ ਕਿਤੇ ਫਿਰਦੀ ਆ, ਹਾਥੀ ਕਿਤੇ ਆ, ਉਹ ਕਿਤੇ ਆ। ਜੋ ਵੀ ਉਹਨੇ ਬਣਾਇਆ, ਬਣਾ ਕੇ ਉਹਦੇ ਤੋਂ ਵੱਖ ਨਹੀਂ ਹੋਇਆ, ਉਹਦੇ ਵਿੱਚ ਹੀ ਸਮਾ ਗਿਆ। ਜੋ ਵੀ ਪਰਮਾਤਮਾ ਨੇ ਬਣਾਇਆ, ਤੁਹਾਨੂੰ, ਮੈਨੂੰ, ਸਭ ਨੂੰ, ਆਪਾਂ ਨੂੰ, ਉਹ ਸਾਡੇ ਤੋਂ ਵੱਖ ਨਹੀਂ ਹੋਇਆ, ਸਾਡੇ ਵਿੱਚ ਹੀ ਸਮਾ ਗਿਆ। ਉਸਤਾਦ ਜੋਗ ਜੀ ਕਹਿੰਦੇ ਨੇ, ਹਰ ਜਰੇ ਮੈਂ ਹੈ ਉਸਕਾ ਨੂਰ, ਹਰ ਜਰੇ ਮੈਂ ਹੈ ਉਸਕਾ ਨੂਰ। ਅਗਰ ਤੁਝਕੋ ਨਜ਼ਰ ਨਹੀਂ ਆਤਾ तो जे किसका कसूर, तेरे ही कसूर आ। बिल्कुल बाणी की पंक्ति भी हुई है, जब हम होते तब तू नाही, अब तू ही मैं नाही। जदों तक साडे विच साडी मैं आ, उदों तक तू हर इंसान दे दिल विचों सानू नज़र नहीं आ सकता। कोई भी चीज़ आ, जदों तक मेरे विच मैं आ। जब हम होते तब तू नाही। बिल्कुल सीधा साफ शब्द भगत जी का, बड़ा समझ नूं जे आपां कोशिश करिए तो समझ आउंदा, अर्थां तो बिना भी समझ आउंदा। जब हम होते, जदों तक मैं सी, मेरे विच मैं सी, तब तू नाही, उदों तक तू मैनू दुनिया विचों, दुनिया दे लोकां विचों, जीआं विचों तेरी होंद महसूस नहीं हुई। अब तू ही मैं नाही।
ਜਦੋਂ ਮੈਂ ਤੇਰੀ ਬੰਦਗੀ ਕੀਤੀ, ਭਾਵ ਤੈਨੂੰ ਯਾਦ ਕੀਤਾ, ਤੈਨੂੰ ਯਾਦ ਕਰਨ ਦੇ ਨਾਲ ਮੇਰੀ ਹਉਮੈ ਜਿਹੜੀ, ਮੇਰੀ ਮੈਂ ਜਿਹੜੀ ਆ ਉਹ ਵੱਢੀ ਗਈ, ਕੱਟੀ ਗਈ। ਹੁਣ ਮੈਂ ਹੈ ਹੀ ਨਹੀਂ, ਹੁਣ ਤੂੰ ਹੀ ਆ। ਅਨਲ ਅਗਮ ਜੈਸੇ ਲਹਿਰ ਮਯੋ ਦਦ, ਜਲ ਕੇਵਲ ਜਲ ਮਾਹੀ। ਉਦਾਹਰਨ ਦੇ ਕੇ ਸਮਝਾ ਰਹੇ ਆ ਵੀ ਕਿਤੇ ਇਹ ਨਾ ਹੋਵੇ ਬੰਦੇ ਨੂੰ ਸਮਝ ਨਾ ਲੱਗੇ। ਤਾਂ ਇੱਕ ਬੜੀ ਸੋਹਣੀ ਉਦਾਹਰਨ ਭਗਤ ਜੀ ਨੇ ਦਿੱਤੀ। ਅਨਲ ਅਗਮ ਕਹਿੰਦੇ ਆ ਹਨੇਰੀ ਨੂੰ। ਕਹਿੰਦੇ ਜਿੱਦਾਂ ਨਦੀ ਹੁੰਦੀ ਆ, ਉਹਦੇ ਵਿੱਚ ਹਨੇਰੀ ਆਉਂਦੀ ਆ, ਹਨੇਰੀ ਆਉਣ ਦੇ ਨਾਲ ਲਹਿਰਾਂ ਬਣ ਜਾਂਦੀਆਂ ਨੇ। ਇੱਕ ਨਦੀ ਆ, ਨਦੀ ਵਿੱਚ ਪਾਣੀ ਆ, ਪਾਣੀ ਵਿੱਚੋਂ ਹੀ ਲਹਿਰਾਂ ਬਣ ਜਾਂਦੀਆਂ ਨੇ, ਬਣ ਗਈਆਂ। ਇਨਸਾਨ ਜਿਹੜਾ ਭੁਲੇਖੇ ਵਿੱਚ ਆ, ਉਹ ਕਹੇਗਾ ਪਾਣੀ ਅਲੱਗ ਚੀਜ਼ ਆ, ਲਹਿਰਾਂ ਉਹਦੀਆਂ ਤਰੰਗਾਂ ਜਿਹੜੀਆਂ ਨੇ ਇਹ ਵੱਖਰੀਆਂ ਨੇ, ਇੱਦਾਂ ਕਹੇਗਾ। ਜਦ ਕਿ ਇੱਦਾਂ ਨਹੀਂ ਭਗਤ ਜੀ ਕਹਿੰਦੇ। ਅਨਲ ਅਗਮ ਜੈਸੇ ਲਹਿਰ ਮਯੋ ਦਦ, ਉਹ ਦਦ ਕਹਿੰਦੇ ਨੇ ਸਮੁੰਦਰ ਨੂੰ, ਨਦੀ ਨੂੰ। ਜਲ ਕੇਵਲ ਜਲ ਮਾਹੀ, ਉਹ ਪਾਣੀ ਹੋਈ ਆ। ਤੁਸੀਂ ਤਰੰਗਾਂ ਕਹਿ ਕੇ ਫਰਕ ਕਰੀ ਜਾਂਦੇ ਹੋ, ਜਦ ਕਿ ਉਹ ਹੈ ਹੀ ਪਾਣੀ। ਪਾਣੀ ਹੀ ਤਰੰਗਾਂ ਨੇ, ਤਰੰਗਾਂ ਹੀ ਪਾਣੀ ਆ। ਬੂੰਦ ਹੀ ਸਾਗਰ ਹੈ, ਸਾਗਰ ਹੀ ਬੂੰਦ ਆ। ਉਹ ਵੀ ਪਾਣੀ ਆ, ਉਹ ਵੀ ਪਾਣੀ। ਉਹ ਛੋਟੇ ਰੂਪ ਵਿੱਚ ਆ, ਉਹ ਵੱਡੇ ਰੂਪ 'ਚ ਆ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਮਾਧ ਵੇ ਕਿਆ ਕਹੀਏ ਭ੍ਰਮ ਐਸਾ। ਕੈਸੇ ਭਰਮਾਂ ਵਿੱਚ ਬੰਦਾ ਪੈ ਚੁੱਕਾ ਹੈ। ਭਰਮ ਕਹਿੰਦੇ ਨੇ ਮੂਰਖਤਾ ਨੂੰ, ਭਰਮ ਕਹਿੰਦੇ ਨੇ ਅਗਿਆਨਤਾ ਨੂੰ, ਭਰਮ ਕਹਿੰਦੇ ਆ ਭੁਲੇਖਿਆਂ ਨੂੰ, ਭਰਮ ਕਹਿੰਦੇ ਆ ਨਾ ਸਮਝੀ ਨੂੰ। ਜੈਸਾ ਮਾਨੀਐ ਹੋਏ ਨਾ ਤੈਸਾ। ਜਿੱਦਾਂ ਦਾ ਅਸੀਂ ਮੰਨੀ ਫਿਰਦੇ ਆ, ਉਹ ਚੀਜ਼ ਉੱਦਾਂ ਦੀ ਨਹੀਂ ਹੈਗੀ। ਭਾਵ ਜਿਹੜੀ ਚੀਜ਼ ਨੂੰ ਅਸੀਂ ਦੇਖ ਰਹੇ ਹਾਂ, ਸਾਨੂੰ ਲੱਗਦਾ ਵੀ ਦੁਨੀਆ ਰੱਬ ਅਲੱਗ-ਅਲੱਗ ਚੀਜ਼ ਆ। ਰੱਬ ਹੋਰ ਆ, ਦੁਨੀਆ ਹੋਰ ਆ। ਦੁਨੀਆ ਹੋਰ ਆ, ਰੱਬ ਕੋਈ ਹੋਰ ਆ ਨਹੀਂ, ਇੱਕੋ ਚੀਜ਼ ਹੀ ਆ। ਅਸੀਂ ਇਹ ਕਹਿ ਰਹੇ ਹਾਂ ਲਹਿਰਾਂ ਹੋਰ ਆ, ਸਮੁੰਦਰ ਹੋਰ ਆ ਨਹੀਂ। ਲਹਿਰਾਂ ਹੀ ਸਮੁੰਦਰ ਨੇ, ਸਮੁੰਦਰ ਹੀ ਲਹਿਰਾਂ ਨੇ। ਇਹ ਦੁਨੀਆ ਸੱਚੇ ਦੀ ਕੋਠੀ ਆ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਪਰਮਾਤਮਾ ਐਸਾ ਕਰਤਾ ਨਹੀਂ ਵੀ ਉਹਨੇ ਕੋਈ ਮੂਰਤੀਕਾਰ ਆ, ਠਠਿਆਰ ਆ, ਭਾਂਡੇ ਬਣਾਏ, ਉਹ ਕਿਤੇ ਫਿਰਦਾ ਤੇ ਭਾਂਡੇ ਕਿਤੇ ਫਿਰਦੇ ਉਹਦੇ। ਨਹੀਂ, ਪਰਮਾਤਮਾ ਨੇ ਜਿਹਨੂੰ ਬਣਾਇਆ ਉਹਦੇ ਦਿਲ ਵਿੱਚ ਹੀ ਵਸਿਆ ਹੋਇਆ, ਉਹਦੇ ਤੋਂ ਅਲੱਗ ਨਹੀਂ। ਜਿਸ ਦਿਨ ਤੁਹਾਨੂੰ ਪਤਾ ਲੱਗਦਾ ਹੈ ਵੀ ਹਰ ਬੰਦੇ ਦੇ ਵਿੱਚ ਉਹ ਸਭ ਮੈਂ ਜੋਤ, ਜੋਤ ਹੈ ਸੋਏ, ਉਸ ਦਿਨ ਭਗਤ ਫਰੀਦ ਜੀ ਵੀ ਕਹਿੰਦੇ ਤੁਸੀਂ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਕਿਸੇ ਦਾ ਵੀ, ਕਿਉਂਕਿ ਹਰ ਦਿਲ ਦੇ ਵਿੱਚ ਉਹ ਵਸਦਾ। ਇੰਨੇ ਕੋਮਲ ਹੁੰਦੇ ਆ ਭਗਤ। ਇਹ ਕੋਮਲਤਾ ਆਉਂਦੀ ਬਰੀਕੀ ਵਿੱਚੋਂ ਆ। ਅਕਲ ਦੀ ਜਿਹੜੀ, ਜਿੰਨੀ ਕਿਸੇ ਦੀ ਅਕਲ ਬਰੀਕ ਹੋਵੇਗੀ, ਉਤਨਾ ਹੀ ਉਹਦਾ ਦਿਲ ਕੋਮਲ ਹੋਵੇਗਾ, ਉਤਨੀ ਹੀ ਉਹਨੂੰ ਕਿਸੇ ਦੇ ਦਿਲਾਂ ਦੀ ਸਮਝ ਹੋਵੇਗੀ। ਸਭ ਤੋਂ ਦੁਨੀਆ ਵਿੱਚ ਭਗਤ ਫਰੀਦ ਜੀ ਨੂੰ ਕਿਸੇ ਨੇ ਪੁੱਛਿਆ ਦੇ ਸਭ ਤੋਂ ਦੁਨੀਆ ਦੀ ਨਾਜ਼ੁਕ ਚੀਜ਼ ਕੀ ਆ? ਕੋਮਲ ਚੀਜ਼। ਆਪਾਂ ਕਹਿੰਦੇ ਕੱਚ ਜਿਹੜਾ ਹੈ ਬੜਾ ਨਾਜ਼ੁਕ ਆ, ਹੱਥ ਵਿੱਚੋਂ ਡਿੱਗੇ ਤੇ ਟੁੱਟ ਜਾਂਦਾ ਤੇ ਰੇਜਾ ਰੇਜਾ ਹੋ ਜਾਂਦਾ। ਭਾਵ ਬੜੇ ਟੁਕੜੇ ਉਹਦੇ ਹੋ ਜਾਂਦੇ ਆ, ਗਿਣੇ ਵੀ ਨਹੀਂ ਜਾਂਦੇ, ਕਈ ਵਾਰੀ ਇੰਨੇ ਟੁਕੜੇ ਹੁੰਦੇ। ਗੱਡੀਆਂ ਦੇ ਐਕਸੀਡੈਂਟ ਹੁੰਦਾ ਤੇ ਉਹ ਜਿਹੜਾ ਗਲਾਸ ਹੁੰਦਾ, ਕੱਚ ਹੁੰਦਾ, ਕਿੰਨੇ ਟੁਕੜੇ ਸੜਕ ਤੇ ਡਿੱਗਦੇ ਆ, ਗਿਣੇ ਨਹੀਂ ਜਾ ਸਕਦੇ, ਬਹੁਤ ਨਾਜ਼ੁਕ ਆ। ਘਰ ਦੇ ਵਿੱਚ ਜਿਹੜਾ ਦਰਪਣ ਆ, ਸ਼ੀਸ਼ਾ, ਉਹ ਕਿੰਨਾ ਨਾਜ਼ੁਕ ਆ, ਜਿਹਦੇ ਵਿੱਚ ਚਿਹਰਾ ਵੇਖਦੇ। ਪਰ ਭਗਤ ਜੀ, ਭਗਤ ਫਰੀਦ ਜੀ ਕਹਿੰਦੇ ਨਹੀਂ, ਇਦੋਂ ਵੀ ਇੱਕ ਨਾਜ਼ੁਕ ਚੀਜ਼ ਆ, ਉਹ ਆ ਬੰਦੇ ਦਾ ਦਿਲ। ਜਿਸ ਦਿਨ ਤੁਹਾਨੂੰ ਪਤਾ ਲੱਗਦਾ ਵੀ ਉਹ ਦੁਨੀਆ ਦੀ ਸਭ ਤੋਂ ਨਾਜ਼ੁਕ ਚੀਜ਼ ਆ, ਤੁਸੀਂ ਉਹਨੂੰ ਤੋੜਦੇ ਨਹੀਂ ਹੋ, ਤੁਸੀਂ ਉਹਨੂੰ ਸੰਭਾਲਦੇ ਹੋ। ਭਾਵੇਂ ਉਹ ਤੁਹਾਡੀ ਪਤਨੀ ਦਾ ਹੈ, ਭਾਵੇਂ ਤੁਹਾਡੇ ਬੱਚਿਆਂ ਦਾ ਹੈ, ਭਾਵੇਂ ਤੁਹਾਡੇ ਭਰਾ ਦਾ ਹੈ, ਭਾਵੇਂ ਤੁਹਾਡੇ ਰਿਸ਼ਤੇਦਾਰਾਂ ਦਾ ਹੈ। ਜਦੋਂ ਤੁਹਾਨੂੰ ਪਤਾ ਲੱਗਦਾ ਵੀ ਉਹ ਜਿਹੜੀ ਨਾਜ਼ੁਕ ਚੀਜ਼ ਆ, ਪਰਮਾਤਮਾ ਉਹਦੇ ਵਿੱਚ ਹੀ ਰਹਿੰਦਾ ਹੈ।
ਜੇ ਤੋ ਪ੍ਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀ ਦਾ। ਜੇ ਬੰਦਿਆ ਤੈਨੂੰ ਰੱਬ ਨੂੰ ਮਿਲਣ ਦੀ ਤਾਂਘ ਹੈ, ਜੇ ਤੈਨੂੰ ਆਨੰਦ ਚਾਹੀਦਾ ਹੈ ਤਾਂ ਭੁੱਲ ਕੇ ਵੀ ਕਦੇ ਕਿਸੇ ਦਾ ਦਿਲ ਨਾ ਢਾਈ। ਭਗਤ ਫਰੀਦ ਜੀ ਐਵੇਂ ਕਹਿੰਦੇ ਆ। ਪਰ ਬੰਦੇ ਨੂੰ ਭਰਮ ਬਹੁਤ ਜ਼ਿਆਦਾ ਹੀ ਨੇ। ਮਾਧਵੇ ਕਿਆ ਕਹੀਏ ਭ੍ਰਮ ਐਸਾ। ਮਾਧਵੇ ਕਹਿੰਦੇ ਨੇ ਰੱਬ ਨੂੰ। ਰੱਬ ਦਾ ਇੱਕ ਨਾਮ ਮਾਧਵੇ ਵੀ ਆ। ਮਾਧੋ ਭਾਵ ਕਿ ਉਹ ਦੁਨੀਆ ਨੂੰ ਸਾਜਣ ਵਾਲਾ, ਬਣਾਉਣ ਵਾਲਾ, ਸੂਰਜ ਦੀ ਟਿੱਕੀ ਨੂੰ ਚੜਾਉਣ ਵਾਲਾ, ਸਾਡੀਆਂ ਨਸਾਂ 'ਚ ਖੂਨ ਚਲਾਉਣ ਵਾਲਾ, ਸਾਡੇ ਦਿਲ ਨੂੰ ਧੜਕਾਉਣ ਵਾਲਾ, ਉਹ ਮਾਧੋ। ਰੱਬ ਜੀ ਕਿਆ ਕਹੀਏ ਭ੍ਰਮ ਐਸਾ। ਭਗਤ ਜੀ ਕਹਿੰਦੇ ਮੈਂ ਕੀ ਆਖਾਂ, ਬੰਦੇ ਨੂੰ ਕਿੰਨੇ ਭਰਮ ਪਏ ਹੋਏ ਨੇ। ਜੈਸਾ ਮਾਨੀਏ ਹੋਏ ਨਾ ਤੈਸਾ। ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ। ਪਹਿਲਾਂ ਇਹਦੇ ਪੁਰਾਣੇ ਐਡੀਸ਼ਨ ਛਪੇ, ਫਿਰ ਇਹ ਨਵੀਂ ਐਡੀਸ਼ਨ ਇਹਦੇ ਛਪੇ। ਕਿਤਾਬ ਦਾ ਨਾਮ ਆ ਕਿਤਾਬ-ਏ-ਮੀਰ ਦਾਦ। ਬੜੀਆਂ ਮਹਿੰਗੀਆਂ ਗੱਲਾਂ ਇਹਦੇ ਵਿੱਚ, ਡੂੰਘੀਆਂ ਗੱਲਾਂ ਲਿਖੀਆਂ ਹੋਈਆਂ ਨੇ। ਉਹਦੇ ਵਿੱਚ ਇੱਕ ਗੱਲ ਇਹਦੇ ਨਾਲ ਹੀ ਮਿਲਦੀ ਆ। ਕਹਿੰਦੇ ਬੰਦੇ ਦੀਆਂ ਅੱਖਾਂ ਲੋੜ ਤੋਂ ਵੱਧ ਪਰਦਿਆਂ ਨਾਲ ਢਕੀਆਂ ਹੋਈਆਂ ਨੇ। ਮੰਨ ਲਓ ਆਪਣੀਆਂ ਅੱਖਾਂ ਨੇ, ਅੱਖਾਂ ਦੇ ਅੱਗੇ ਪਰਦੇ ਆ, ਇੱਕ ਨਹੀਂ ਕਈ। ਮੀਰਦਾਦ ਕਹਿੰਦਾ ਹੈ ਵੀ ਬੰਦੇ ਦੀਆਂ ਅੱਖਾਂ ਕਈ ਪਰਦਿਆਂ ਨਾਲ ਕੱਜੀਆਂ ਹੋਈਆਂ ਨੇ। ਜੋ ਕੁਝ ਅਸੀਂ ਵੇਖਦੇ ਹਾਂ ਉਹ ਇੱਕ ਪਰਦਾ ਹੀ ਆ। ਸਾਡੀਆਂ ਅੱਖਾਂ ਲੋੜ ਨਾਲੋਂ ਵੱਧ ਪਰਦਿਆਂ ਨਾਲ ਕੱਜੀਆਂ ਹੋਈਆਂ ਨੇ। ਇੱਕ ਨਹੀਂ, ਦੋ ਨਹੀਂ, ਕਈ ਪਰਦੇ। ਸਾਨੂੰ ਸਾਹਮਣੇ ਭਾਵੇਂ ਸੱਚ ਆ, ਭਾਵੇਂ ਸਾਡੇ ਭਰਾ ਭੈਣ, ਦੋਸਤ ਮਿੱਤਰ, ਰਿਸ਼ਤੇਦਾਰ, ਸੰਬੰਧੀ, ਕੋਈ ਵੀ, ਐਵਰੀਵਨ, ਕੋਈ ਵੀ ਆ, ਉਹਦੇ ਦਿਲ ਵਿੱਚ ਜਿਹੜਾ ਰੱਬ ਵੱਸਦਾ ਸਾਨੂੰ ਨਜ਼ਰ ਨਹੀਂ ਆਉਂਦਾ। ਕਿਉਂ? ਕਿਉਂਕਿ ਸਾਡੀਆਂ ਅੱਖਾਂ ਤੇ ਪਰਦੇ ਪਏ ਹੋਏ ਨੇ। ਇਸ ਕਰਕੇ ਅਸੀਂ ਉਹਦਾ ਦਿਲ ਢਾ ਦਿੰਦੇ ਹਾਂ ਕੁਝ ਬੋਲ ਕੇ। ਸਾਨੂੰ ਸਮਝ ਹੀ ਨਹੀਂ ਵੀ ਪਰਮਾਤਮਾ ਉਹਦੇ ਦਿਲ ਵਿੱਚ ਰਹਿੰਦਾ ਹੈ। ਇਹ ਚੀਜ਼ਾਂ ਤਾਂ ਹੁੰਦੀਆਂ ਅਗਿਆਨਤਾ। ਮਾਧਵੇ ਕਿਆ ਕਹੀਏ ਭ੍ਰਮ ਐਸਾ। ਜੈਸਾ ਮਾਨੀਏ ਹੋਏ ਨਾ ਤੈਸਾ। ਕੀ ਕਹੀਏ ਬੰਦੇ ਨੂੰ, ਇੰਨੇ ਭਰਮ ਨੇ ਤਾਂ ਹੀ ਬੰਦਾ ਦੁਖੀ ਆ। ਬਸ ਤੁਹਾਨੂੰ ਆਪਣੇ ਦਿਲ ਦੀ ਸਮਝ ਨਹੀਂ ਵੀ ਉਹ ਮੇਰੇ ਦਿਲ ਵਿੱਚ ਵੀ ਰਹਿੰਦਾ। ਕਿਸੇ ਦੀ ਸਮਝ ਕੀ ਹੋਣੀ ਬੰਦੇ ਨੂੰ। ਪਹਿਲਾਂ ਤੁਹਾਨੂੰ ਆਪਣਾ ਹੀ ਸਮਝੋ ਵੀ ਮੈਂ ਆਪਦੇ ਆਪ ਨੂੰ ਦੁਖੀ ਨਹੀਂ ਕਰਨਾ। ਇਹ ਆਤਮਾ ਜਿਹੜੀ ਆ, ਮਨ ਜਿਹੜਾ ਹੈ, ਦਿਲ ਜਿਹੜਾ ਹੈ, ਇਹਦੇ ਵਿੱਚ ਪਰਮਾਤਮਾ ਰਹਿੰਦਾ। ਮੈਂ ਖੁਦ ਨੂੰ ਕਿਉਂ ਦੁਖੀ ਕਰਦਾ। ਇੱਦਾਂ ਤੁਸੀਂ ਫਿਰ ਦੁਖੀ ਨਹੀਂ ਹੋਵੋਗੇ। ਗੱਲ ਨੂੰ ਸਮਝੋ, ਮੈਂ ਗੱਲ ਕਹਿ ਰਿਹਾ। ਮੰਨ ਲਓ ਕਿਸੇ ਨੂੰ ਭੁੱਖਾ ਰੱਖਣਾ ਪਾਪ ਆ। ਕਿਸੇ ਨੂੰ ਘਰ ਵਿੱਚ ਕੈਦ ਕਰ ਲਿਆ। ਆਪਾਂ ਕਹਿੰਦੇ ਉਹ ਬੰਦਾ ਬਹੁਤ ਜ਼ਿਆਦਾ ਬਦਬਖਤ ਆ, ਉਹ ਕਿਸੇ ਨੂੰ ਕੈਦ ਕਰੀ ਫਿਰਦਾ, ਉਹ ਰੋਟੀ ਨਹੀਂ ਦਿੰਦਾ, ਮਾਂ ਪਿਓ ਨੂੰ ਦੁਖੀ ਕਰਦਾ। ਇਵੇਂ ਸਮਝ ਜਾਓਗੇ ਸੌਖਾ। ਤੇ ਆਪਾਂ ਕਹਿੰਦੇ ਉਹ ਪਾਪੀ ਆ। ਠੀਕ ਆ, ਅਸੀਂ ਕਹਿੰਦੇ ਜਿਸ ਦਿਨ ਬੰਦਾ ਆਪਣੇ ਆਪ ਨੂੰ ਭੁੱਖਾ ਰੱਖਦਾ, ਇਹ ਵੀ ਤਾਂ ਪਾਪ ਹੀ ਆ। ਹੁਣ ਹੋਰ ਇਹਨੂੰ ਆਪਾਂ ਐਕਸਪਲੇਨ ਕਰਨਾ ਹੋਵੇ, ਕਿਸੇ ਨੂੰ ਦੁਖੀ ਕਰਨਾ ਪਾਪ ਆ। ਜਦੋਂ ਤੁਸੀਂ ਟੈਨਸ਼ਨ ਲੈ ਲੈ ਕੇ, ਚਿੰਤਾ ਕਰ ਕਰਕੇ ਆਪਣੇ ਆਪ ਨੂੰ ਦੁਖੀ ਕਰਦੇ ਹੋ, ਕਿ ਉਹ ਪਾਪ ਨਹੀਂ ਹੈਗਾ? ਦੁਖੀ ਕਰਨਾ ਪਾਪ ਹੈ, ਚਾਹੇ ਉਹ ਤੁਸੀਂ ਕਿਸੇ ਨੂੰ ਕਰਦੇ ਹੋ, ਚਾਹੇ ਆਪਣੇ ਆਪ ਨੂੰ ਕਰ ਰਹੇ ਹੁੰਦੇ। ਤੇ ਦੁਨੀਆ ਵਿੱਚ ਸਭ ਤੋਂ ਬੰਦਾ ਪਾਪ ਇਹ ਕਮਾਉਂਦਾ ਹੈ, ਉਹ ਆਪਣੇ ਆਪ ਨੂੰ ਟੈਨਸ਼ਨ ਦੇ ਦੇ ਕੇ, ਦੁਖੀ ਕਰ ਕਰਕੇ ਆਪਦੀ ਆ ਜਿਹੜਾ ਮੰਦਰ ਆ ਪਰਮਾਤਮਾ ਦਾ, ਸਰੀਰ ਉਹਦਾ ਘਰ ਆ, ਇਹਨੂੰ ਟੈਨਸ਼ਨ 'ਚ ਰੱਖਦਾ। ਇਹ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ। ਤੁਹਾਡੀਆਂ ਜਿਹੜੀਆਂ ਅੱਖਾਂ ਹਨ ਨਾ, ਮਹਾਰਾਜ ਜੀ ਕਹਿੰਦੇ ਉਹ ਲੋੜ ਤੋਂ ਵੱਧ ਪਰਦਿਆਂ ਨਾਲ ਕੱਜੀਆਂ ਹੋਈਆਂ ਨੇ। ਕੰਨ ਵੀ ਢਕੇ ਹੋਏ ਆ, ਬੰਦੇ ਨੂੰ ਸੁਣਦੀ ਨਹੀਂ ਗੁਰੂ ਦੀ ਗੱਲ। ਤਾਂ ਇੰਨੀ ਬਰੀਕੀ ਚਾਹੀਦੀ ਆ ਤੁਹਾਨੂੰ। ਜੇ ਤੁਸੀਂ ਕਿਸੇ ਨੂੰ ਦੁਖੀ ਕਰ ਰਹੇ ਹੋ ਤਾਂ ਮੰਨ ਲਓ ਪਾਪ ਆ। ਆਪਣੇ ਆਪ ਨੂੰ ਦੁਖੀ ਕਰ ਰਹੇ ਹੋ, ਇਹ ਪੁੰਨ ਕਿੱਥੋਂ ਹੋ ਗਿਆ? ਮੈਂ ਟੈਨਸ਼ਨ ਲੈ ਰਿਹਾ, ਮੈਂ ਆਪਦੇ ਆਪ ਨੂੰ ਚਿੰਤਾ 'ਚ ਰੱਖ ਰਿਹਾ, ਇਹ ਪਾਪ ਆ। ਗੁਰਸਿੱਖੋ,
ਗੁਰੂ ਸਾਹਿਬ ਜੀ ਕਹਿੰਦੇ ਪਾਪ ਨਾ ਕਰੋ, ਨਾਨਕ ਚਿੰਤਾ ਮਤ ਕਰੋ। ਜਿੱਥੇ ਉਹ ਚਿੰਤਾ ਕਹਿ ਰਹੇ ਆ ਨਾ, ਉਹ ਕਹਿ ਰਹੇ ਆ ਵੀ ਪਾਪ ਨਾ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ, ਉਹ ਕਹਿ ਰਹੇ ਆ ਪਾਪ ਨਾ ਕਰੋ। ਤੁਸੀਂ ਪਾਪ ਕਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਚਿੰਤਾ ਦੇ ਕੇ ਆਪਦੇ ਸਰੀਰ ਨੂੰ, ਸਿਹਤ ਨੂੰ ਪ੍ਰਮਾਤਮਾ ਵੱਲੋਂ ਦਿੱਤੀ ਜਿਹੜੀ ਦਾਤ ਹੈ ਤੇ ਉਹਨੂੰ ਖਰਾਬ ਕਰ ਰਹੇ ਹੋ। ਇਹ ਨਾ ਕਰੋ। ਇਸ ਕਰਕੇ ਗੁਰੂ ਸਾਹਿਬ ਜੀ ਇਹ ਕਹਿੰਦੇ ਆ, ਕਹਿੰਦੇ ਇੱਦਾਂ ਬੰਦਾ ਦੁਖੀ ਹੁੰਦਾ ਜਦੋਂ ਉਹ ਬਾਣੀ ਨਹੀਂ ਸਮਝਦਾ। ਨਹੀਂ ਬਾਣੀ ਪੜ੍ਹਨ ਦੇ ਨਾਲ ਨਹੀਂ, ਬਾਣੀ ਸਮਝਣ ਦੇ ਨਾਲ, ਸਮਝ ਕੇ ਕਮਾਉਣ ਦੇ ਨਾਲ ਫਰਕ ਪੈਂਦਾ ਬੰਦੇ ਦੀ ਜ਼ਿੰਦਗੀ ਵਿੱਚ। ਇੱਦਾਂ ਨਹੀਂ। ਅੱਗੇ ਉਦਾਹਰਨ ਬੜੀ ਸੋਹਣੀ ਆ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ। ਇੱਕ ਰਾਜਾ ਸੀ, ਭਗਤ ਰਵਿਦਾਸ ਜੀ ਕਹਿੰਦੇ ਉਹ ਸਿੰਘਾਸਨ ਤੇ ਸੌਂ ਗਿਆ, ਉਹਨੂੰ ਨੀਂਦ ਆ ਗਈ। ਨੀਂਦ ਦੇ ਵਿੱਚ ਇੱਕ ਸੁਪਨਾ ਆ ਗਿਆ। ਸੁਪਨੇ ਦੇ ਵਿੱਚ ਕੀ ਹੋਇਆ? ਸੁਪਨੇ ਭਇਆ ਭਿਖਾਰੀ, ਉਹ ਭਿਖਾਰੀ ਬਣ ਗਿਆ। ਰਾਜਾ ਸੀ, ਸੁਪਨਾ ਆ ਗਿਆ, ਸੁਪਨੇ ਵਿੱਚ ਭਿਖਾਰੀ ਬਣ ਗਿਆ। ਉਹਨੂੰ ਲੱਗ ਰਿਹਾ ਮੈਂ ਭਿਖਾਰੀ ਹੋ ਗਿਆ। ਤੇ ਭਿਖਾਰੀ ਜਦੋਂ ਬਣਿਆ ਨਾ, ਉਹਦੇ ਹੱਥ ਵਿੱਚ ਲੋਟਾ ਫੜਿਆ ਜਾ ਰਿਹਾ। ਕਿਸੇ ਕੁੱਕਰ ਨੇ, ਹਲਕੇ ਹੋਏ ਕੁੱਤੇ ਨੇ ਉਹਨੂੰ ਕੱਟ ਲਿਆ, ਉਹਦੇ ਖੂਨ ਨਿਕਲਿਆ। ਉਹ ਵੈਦ ਕੋਲੇ ਗਿਆ, ਵੈਦ ਨੂੰ ਆਖਿਆ ਮੈਨੂੰ ਦਵਾਈ ਦੇ। ਵੈਦ ਕਹਿੰਦਾ ਪਹਿਲਾਂ ਪੈਸੇ ਰੱਖ ਇੱਥੇ, ਪਹਿਲਾਂ ਪੈਸੇ ਦੇ ਤੇ ਫਿਰ ਮੈਂ ਤੈਨੂੰ ਦਵਾਈ ਵੀ ਦੇ ਦਾਂਗਾ। ਇਹ ਕਹਿੰਦਾ ਪੈਸੇ ਤਾਂ ਮੇਰੇ ਕੋਲ ਹੈ ਨਹੀਂ। ਉਹ ਕਹਿੰਦਾ ਫਿਰ ਇਲਾਜ ਵੀ ਹੈ ਨਹੀਂ। ਜੇ ਪੈਸੇ ਹੈ ਨਹੀਂ, ਇਲਾਜ ਵੀ ਹੈ ਨਹੀਂ। ਰੋ ਪਿਆ, ਰੋਂਦਾ ਰੋਂਦਾ ਰਾਹ 'ਚ ਆ ਰਿਹਾ ਠੇਡਾ ਵੱਜਿਆ ਤੇ ਸੁਪਨੇ ਦੇ ਵਿੱਚ ਏਦਾਂ ਡਰ ਗਿਆ, ਧਰਵਕ ਗਿਆ, ਅੱਖ ਖੁੱਲ ਗਈ। ਅੱਖ ਖੁੱਲੀ ਤੇ ਦੇਖਿਆ ਮੈਂ ਤਾਂ ਰਾਜਾ ਸੀ। ਇਹ ਸਿਰਫ ਉਦਾਹਰਨ ਨਹੀਂ ਹੈ, ਇਹ ਭਗਤ ਜੀ ਨੇ ਬਾਣੀ ਵਿੱਚ ਹੀ ਦਿੱਤੀ ਆ। ਨਰਪਤ ਕਹਿੰਦੇ ਆ ਰਾਜੇ ਨੂੰ। ਇੱਕ ਰਾਜਾ ਸੀ, ਸਿੰਘਾਸਨ ਸੋਇਆ, ਤਖਤ ਤੇ ਬੈਠੇ ਨੂੰ ਨੀਂਦ ਆ ਗਈ। ਸੁਪਨੇ ਭਇਆ ਭਿਖਾਰੀ, ਸੁਪਨੇ ਵਿੱਚ ਉਹ ਭਿਖਾਰੀ ਬਣ ਗਿਆ। ਭਿਖਾਰੀ ਬਣਿਆ, ਰੋ ਪਿਆ। ਜਦੋਂ ਅੱਖ ਖੁੱਲੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਇਹ ਉਹਦੀ ਅਗਿਆਨਤਾ ਕਰਕੇ ਹੀ ਉਹਨੂੰ ਦੁੱਖ ਮਿਲਿਆ, ਉਹਦੇ ਭਰਮ ਕਰਕੇ। ਉਹਨੇ ਸੁਪਨੇ ਨੂੰ ਸੱਚ ਮੰਨ ਲਿਆ। ਇਸ ਕਰਕੇ ਜਿਹੜਾ ਇਨਸਾਨ ਆ, ਜਦੋਂ ਭਰਮਾਂ ਵਿੱਚ ਪੈਂਦਾ ਹੈ, ਉਸ ਵਕਤ ਆਪਾਂ ਕਹਿ ਦਿੰਦੇ ਆ ਇਹ ਦੁਖੀ ਆ। ਬੰਦੇ ਨੂੰ ਕੋਈ ਦੁੱਖ ਨਹੀਂ ਜੇ ਉਹਨੂੰ ਭਰਮ ਨਾ ਹੋਵੇ। ਇਨਸਾਨ ਨੂੰ ਕੋਈ ਦੁੱਖ ਨਾ ਹੋਵੇ ਜੇ ਉਹਨੂੰ ਗੁਰਬਾਣੀ ਸਮਝ ਕੇ ਕਮਾਉਣੀ ਆ ਜੇ। ਦੁੱਖ ਨਹੀਂ ਲੱਗੇਗਾ। ਫਿਰ ਦੁੱਖ ਇਹ ਨਹੀਂ ਕਿ ਦੁੱਖ ਨਹੀਂ ਆਵੇਗਾ, ਦੁੱਖ ਨਹੀਂ ਲੱਗੇਗਾ, ਸਮੱਸਿਆ ਨਹੀਂ ਲੱਗੇਗੀ। ਅੱਗੇ ਪੰਕਤੀ ਆ, ਹੋਰ ਉਦਾਹਰਨ ਆ। ਭਗਤਾਂ ਦੀ ਬਾਣੀ ਤਾਂ ਬਹੁਤ ਸੋਹਣੀ ਆ, ਗੁਰੂਆਂ ਦੀ ਬਾਣੀ ਬਹੁਤ ਸੋਹਣੀ ਆ। ਭਗਤਾਂ ਦੀ ਬਾਣੀ ਵਿੱਚ ਪਤਾ ਕੀ ਆ? ਰੱਬ ਨਾਲ ਸਿੱਧੀਆਂ ਗੱਲਾਂ ਨੇ। ਇੱਕ ਤਾਂ ਹੁੰਦਾ ਆਪਾਂ ਰੱਬ ਬਾਰੇ ਗੱਲਾਂ ਕਰ ਰਹੇ ਹਾਂ, ਆਪਾਂ ਮੰਨ ਲਓ ਥਰਡ ਪਰਸਨ ਹੋ ਗਿਆ, ਤੁਸੀਂ ਮੈਂ ਬੈਠੇ ਹਾਂ, ਆਪਾਂ ਤੀਜੇ ਬਾਰੇ ਗੱਲਾਂ ਕਰ ਰਹੇ ਹਾਂ। ਇੱਕ ਇਹ ਚੀਜ਼ ਹੋ ਗਈ। ਇੱਕ ਇਹ ਆ ਵੀ ਕੋਈ ਸਾਹਮਣੇ ਬੈਠਾ, ਮੈਂ ਉਹਦੇ ਨਾਲ ਹੀ ਗੱਲਾਂ ਕਰ ਰਿਹਾ। ਭਗਤਾਂ ਦੀ ਬਾਣੀ ਵਿੱਚ ਤੁਹਾਨੂੰ ਇਹ ਚੀਜ਼ ਮਹਿਸੂਸ ਹੋਊਗੀ। ਰਾਜ ਭੁਯੰਗ, ਰਾਜ ਦੇ ਅਰਥ ਇੱਥੇ ਆ ਰੱਸੀ, ਭੁਯੰਗ ਦੇ ਅਰਥ ਇੱਥੇ ਆ ਸੱਪ। ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਜਿਵੇਂ ਰੱਸੀ ਤੇ ਸੱਪ ਦਾ ਇੱਕ ਭਰਮ ਹੁੰਦਾ, ਭੁਲੇਖਾ ਪੈ ਜਾਂਦਾ ਨਾ। ਰੱਸੀ ਆਮ ਬੰਦੇ ਨੂੰ, ਤੁਹਾਡੇ ਨਾਲ ਵੀ ਹੋਇਆ ਹੋਵੇਗਾ, ਮੇਰੇ ਨਾਲ ਵੀ ਹੋਇਆ ਹੈ। ਕਈ ਵਾਰ ਰੱਸੀ ਪਈ ਹੁੰਦੀ ਆ, ਹਨੇਰਾ ਹੋਵੇ ਥੋੜਾ ਜਿਹਾ ਤੇ ਅਸੀਂ ਕਹਿੰਦੇ ਆ ਵੀ ਕਿਤੇ ਸੱਪ ਨਾ ਹੋਵੇ, ਭੁਲੇਖਾ ਪੈ ਜਾਂਦਾ ਹੈ। ਬਿਲਕੁਲ ਇੱਦਾਂ ਹੀ ਜਿੱਦਾਂ ਸਮੁੰਦਰ ਦੀਆਂ ਲਹਿਰਾਂ ਨੂੰ ਦੇਖ ਕੇ ਭੁਲੇਖਾ ਪੈਂਦਾ ਵੀ ਇਹ ਦੋਨੋਂ ਵੱਖ-ਵੱਖ ਆ। ਇਹ ਵੀ ਇੱਕ ਭਰਮ ਆ। ਸੱਪ ਤੇ ਰੱਸੀ ਨੂੰ ਸੱਪ ਸਮਝਣਾ। ਤੇ ਕਈ ਵਾਰੀ ਬੰਦੇ ਸੱਪ ਨੂੰ ਰੱਸੀ ਸਮਝ ਲੈਂਦੇ ਨੇ, ਵੀ ਹੁੰਦਾ ਸੱਪ ਆ ਪਰ ਉਹ ਕਹਿੰਦੇ ਰੱਸੀ ਆ। ਕਈ ਇੱਦਾਂ ਭੁਲੇਖੇ ਵਿੱਚ ਉੱਤੇ ਪੈਰ ਰੱਖ ਦਿੰਦੇ ਨੇ ਤੇ ਉਹ ਡੰਗ ਮਾਰ ਜਾਂਦਾ। ਇੱਦਾਂ ਭੁਲੇਖੇ ਨੇ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ। ਸੋਨਾ ਹੈ, ਸੋਨੇ ਤੋਂ ਬਣੇ ਕੜੇ ਨੇ,
ਭਗਤ ਰਵਿਦਾਸ ਜੀ ਕਹਿੰਦੇ, ਅਨਕ ਕਟਕ ਅਨੇਕਾਂ ਤਰ੍ਹਾਂ ਦੇ ਕੜੇ ਜਾਂ ਗਹਿਣੇ ਕਹਿ ਲਓ, ਪਰ ਬਣੇ ਸੋਨੇ ਤੋਂ ਨੇ। ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਕਹਿੰਦੇ ਬੰਦਾ ਭੁਲੇਖੇ ਵਿੱਚ ਕੜਿਆਂ ਨੂੰ ਕਹਿੰਦਾ ਆਹ ਕੜੇ ਆ, ਸੋਨੇ ਨੂੰ ਕਹਿੰਦਾ ਸੋਨਾ, ਜਦੋਂ ਕਿ ਸੋਨੇ ਤੋਂ ਹੀ ਉਹ ਬਣੇ ਹੋਏ ਨੇ। ਜਿੱਦਾਂ ਸਮੁੰਦਰ ਨੂੰ ਕਹਿੰਦਾ ਸਮੁੰਦਰ ਆ, ਲਹਿਰਾਂ ਨੂੰ ਕਹਿੰਦਾ ਲਹਿਰਾਂ ਨੇ, ਵੱਖਰੀਆਂ ਵੱਖਰੀਆਂ ਨੇ, ਉਹਨੂੰ ਭੁਲੇਖਾ। ਦੁਨੀਆ ਨੂੰ ਕਹਿੰਦਾ ਆਹ ਦੁਨੀਆ, ਰੱਬ ਨੂੰ ਕਹਿੰਦਾ ਰੱਬ ਹੋਰ ਚੀਜ਼ ਆ, ਦੁਨੀਆ ਹੋਰ ਚੀਜ਼ ਆ। ਭਗਤ ਜੀ ਕਹਿੰਦੇ ਬੰਦਿਆ, ਜਿੱਦਾਂ ਸਮੁੰਦਰ ਦੀਆਂ ਲਹਿਰਾਂ ਇੱਕ ਨੇ, ਪਰਮਾਤਮਾ ਤੇ ਦੁਨੀਆ ਕੋਈ ਵੱਖ ਵੱਖ ਨਹੀਂ, ਉਹ ਉਹਦੇ ਵਿੱਚ ਹੀ ਉਹਦੇ ਹੀ ਰੂਪ ਨੇ। ਸਮੁੰਦਰ ਤੋਂ ਬਣੀਆਂ ਲਹਿਰਾਂ, ਇਹ ਨਹੀਂ ਕਹਿ ਸਕਦੇ ਸਮੁੰਦਰ ਨਹੀਂ, ਉਹ ਸਮੁੰਦਰ ਹੀ ਆ। ਸੋਨੇ ਤੋਂ ਬਣੇ ਗਹਿਣੇ ਸੋਨਾ ਹੀ ਨੇ। ਬੰਦੇ ਦੀ ਅਗਿਆਨਤਾ ਨੂੰ ਜਿਹੜੀ ਆ ਉਹਦੇ ਵਿੱਚ ਇੱਕ ਗੈਪ ਪਾ ਦਿੰਦੀ ਆ। ਬਸ ਜਦੋਂ ਭਰਮ ਪੈ ਗਿਆ, ਉਦੋਂ ਪਰਦਾ ਪੈ ਗਿਆ ਅੱਖਾਂ ਦੇ ਸਾਹਮਣੇ, 1 2 3 ਕਈ ਪਰਦੇ। ਬੰਦੇ ਨੂੰ ਲੱਗਦਾ ਦੁਨੀਆ ਹੋਰ ਆ ਤੇ ਰੱਬ ਹੋਰ ਆ। ਭਗਤ ਰਵਿਦਾਸ ਜੀ ਇਹ ਕਹਿ ਰਹੇ ਆ, ਦੁਨੀਆ ਜਿਹੜੀ ਆ ਉਹ ਰੱਬ ਦਾ ਹੀ ਰੂਪ ਆ। ਜਿਵੇਂ ਸਮੁੰਦਰ ਵਿੱਚ ਲਹਿਰਾਂ ਸਮੁੰਦਰ ਦਾ ਹੀ ਰੂਪ ਨੇ। ਸੋਨੇ ਤੋਂ ਬਣੇ ਗਹਿਣੇ ਸੋਨੇ ਦਾ ਹੀ ਰੂਪ ਨੇ। ਕੋਈ ਕੜਾ ਹੈ, ਕੋਈ ਮੁੰਦਰੀ ਆ, ਕੋਈ ਝਾਂਜਰ ਆ, ਭਾਵ ਕਿ ਸ਼ੇਪਾਂ ਅਲੱਗ-ਅਲੱਗ ਨੇ। ਇਨਸਾਨ ਆਪਾਂ ਨੂੰ ਲੱਗਦਾ ਵੱਖ-ਵੱਖ ਨੇ, ਪਰ ਉਹ ਹੈ ਉਹਦਾ ਹੀ ਰੂਪ। ਜਦੋਂ ਤੁਸੀਂ ਬਰੀਕੀ ਨਾਲ ਵੇਖੋਗੇ, ਹਰ ਦਿਲ ਵਿੱਚ ਉਹ ਵਸਦਾ। ਭਗਤ ਕਿਸੇ ਦਾ ਦਿਲ ਕਿਉਂ ਨਹੀਂ ਦਿਖਾਉਂਦੇ? ਉਹਨਾਂ ਨੂੰ ਸਾਹਮਣੇ ਵਾਲਾ ਬੰਦਾ ਨਹੀਂ, ਰੱਬ ਲੱਗਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਗਤ ਨਾਮਦੇਵ ਜੀ ਤੋਂ ਕਿਸੇ ਨੇ ਪੁੱਛਿਆ, ਕਹਿਣ ਲੱਗੇ, ਨਾਮਦੇਵ, ਰੱਬ ਵੀ ਰੱਬ ਆ, ਦੁਨੀਆ ਹੈ ਨਹੀਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਦੇ ਬਿਨਾਂ ਨਥਿੰਗ ਆ, ਭਾਵ ਕੋਈ ਚੀਜ਼ ਵੀ ਨਹੀਂ, ਬਸ ਜੋ ਹੈ ਰੱਬ ਹੀ ਹੈ। ਉਹ ਕਹਿੰਦੇ ਨਹੀਂ, ਐਸੀ ਗੱਲ ਨਹੀਂ, ਦੁਨੀਆ ਵੀ ਹੈ, ਰੱਬ ਵੀ ਹੈ, ਪਰ ਮੇਰਾ ਧਿਆਨ ਦੁਨੀਆ ਦੇ ਲੋਕਾਂ ਵਿੱਚ ਵਸਦੇ ਹੋਏ ਦਿਲਾਂ ਤੇ ਟਿਕ ਗਿਆ, ਜਿਹਦੇ ਵਿੱਚ ਰੱਬ ਵਸਦਾ। ਮੇਰੀ ਸੁਰਤ ਉੱਥੇ ਟਿਕੀ ਆ। ਮੇਰੇ ਲਈ ਹਰ ਚੀਜ਼ ਪਰਮਾਤਮਾ ਹੋ ਗਈ, ਹਰ ਚੀਜ਼ ਰੱਬ ਹੋ ਗਈ। ਜਦੋਂ ਆਪਾਂ ਇੰਨੀ ਬੰਦਗੀ ਕਰਦੇ ਹਾਂ, ਪਹਿਲਾਂ ਤਾਂ ਅੱਖਰੀ ਗਿਆਨ ਆ, ਅੱਖਰੀ ਗਿਆਨ ਤੋਂ ਬਾਅਦ ਅੱਖਰੀ ਹੀ ਜਾਪ ਆ। ਕਿਰਤਮ ਨਾਮ ਕਥੇ ਤੇਰੇ ਜੇਵਾ, ਸਤ ਨਾਮ ਤੇਰਾ ਪਰਾਪੂਰ ਬਿਲਾ। ਰੱਬ ਦੇ ਬਹੁਤ ਨਾਮ ਨੇ। ਕੋਈ ਧਰਮ ਕਹਿੰਦਾ ਇਹ ਜਪੋ, ਕੋਈ ਕਹਿੰਦਾ ਇਹ ਜਪੋ। ਸਾਡੇ ਵਿੱਚ ਵਾਹਿਗੁਰੂ ਆ, ਇਹ ਅੱਖਰੀ ਨਾਮ ਆ। ਪਹਿਲਾਂ ਜਦੋਂ ਆਪਾਂ ਇਹਨੂੰ ਜਪੀ ਜਾਂਦੇ ਆ, ਇਹ ਵੀ ਇੱਕ ਦਿਨ ਜਿਹੜਾ ਹੈ ਹੌਲੀ ਖੁਰ ਕੇ ਸਤਨਾਮ ਦੇ ਵਿੱਚ ਬਦਲ ਜਾਂਦਾ। ਬੰਦੇ ਦੇ ਅੰਦਰ ਇਹ ਮਹਿਸੂਸ ਹੁੰਦਾ। ਫਿਰ ਉਹਨੂੰ ਇੰਨਾ ਜਦੋਂ ਬੰਦਾ ਜਪ ਲੈਂਦਾ, ਇਹ ਅਵਸਥਾ ਅਗਲੀ ਆ। ਪਹਿਲਾਂ ਤਾਂ ਆਪਾਂ ਵਾਹਿਗੁਰੂ ਮੂੰਹ ਦੇ ਨਾਲ ਹੀ ਕਹਿਣਾ ਹੈ, ਮੁਖ ਤੋਂ ਰਸਨਾ ਦੇ ਨਾਲ ਹੀ ਜਪਣਾ ਹੈ, ਬੜੀ ਚੰਗੀ ਗੱਲ ਆ। ਹੌਲੀ ਇਹ ਅੰਦਰ ਉਤਰ ਜਾਂਦਾ। ਜਿਵੇਂ ਖਾਧੀ ਹੋਈ ਰੋਟੀ ਖੂਨ ਬਣ ਜਾਂਦੀ ਆ, ਇਹ ਜਪਿਆ ਹੋਇਆ ਵੀ ਅੰਦਰ ਅੰਮ੍ਰਿਤ ਬਣ ਜਾਂਦਾ। ਉਦੋਂ ਇਹਨੂੰ ਮਹਿਸੂਸ ਕੀਤਾ ਜਾਂਦਾ। ਫਿਰ ਜਪਣਾ ਨਹੀਂ ਹੁੰਦਾ, ਖੂਨ ਆਪੇ ਹੀ ਭੱਜਿਆ ਫਿਰਦਾ ਨਾ, ਕੁਝ ਕਰਨਾ ਨਹੀਂ ਪੈਂਦਾ। ਉਹ ਇੰਨਾ ਜ਼ਿਆਦਾ ਅੰਦਰ ਜਾ ਕੇ ਟਿਕ ਜਾਂਦਾ, ਉਹ ਤੁਹਾਡੀਆਂ ਨਸਾਂ ਵਿੱਚ ਸਤਨਾਮ ਬਣ ਕੇ ਦੌੜਦਾ। ਫਿਰ ਤੁਸੀਂ ਜੋ ਵੇਖਦੇ ਹੋ ਅੱਗੇ, ਤੁਹਾਨੂੰ ਕਿਰਤਮ ਨਾਮ ਕਥੇ ਤੇਰੇ ਜੇਵਾ, ਪਰ ਸਤਨਾਮ ਤੇਰਾ ਪਰਾਪੂਰ ਬਿਲਾ, ਤਾਂ ਉਹਨੂੰ ਕਹਿੰਦੇ ਆ ਸਤਨਾਮ। ਭਾਵ ਉਹ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਫਿਰ ਤੁਹਾਨੂੰ ਹਰ ਇੱਕ ਦੇ ਵਿੱਚ ਉਹ ਦਿਸਦਾ ਹੈ। ਸਰਬੇ ਏਕ ਅਨੇਕੈ ਸੁਆਮੀ, ਇਹ ਉਹੀ ਪੰਕਤੀ ਆ। ਸਾਰਿਆਂ ਵਿੱਚ ਉਹ ਅਨੇਕ ਰੂਪ ਹੋ ਕੇ ਸਮਾ ਗਿਆ। ਸਭ ਕਟ ਭੋਗਵੈ ਸੋਈ, ਸਾਰਿਆਂ ਦੇ ਵਿੱਚ ਬੈਠ ਕੇ ਸਭ ਨੂੰ ਤੱਕ ਰਿਹਾ, ਸਭ ਨੂੰ ਦੇਖ ਰਿਹਾ, ਸਾਰਿਆਂ ਦੇ ਕਰਮਾਂ ਨੂੰ ਸਮਝਦਾ ਹੈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਆਪਾਂ ਕਹਿੰਦੇ ਆ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹੋ, ਉਹਦੇ ਵਿੱਚ ਇੱਕ ਪੰਕਤੀ ਆ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ।
ਰੱਬ ਸਭ ਦੇ ਬਾਰੇ ਜਾਣਦਾ, ਰੱਬ ਸਭ ਦੇ ਸੰਬੰਧ ਵਿੱਚ ਜਾਣਦਾ। ਕਿਉਂ? ਕਿਉਂਕਿ ਉਹਦੇ ਅੰਦਰ ਹੀ ਬੈਠਾ ਉਹ। ਭਗਤ ਜੀ ਨੇ ਉਹਨੂੰ ਹੋਰ ਐਕਸਪਲੇਨ ਕੀਤਾ ਬੜੇ ਸੋਹਣੇ ਤਰੀਕੇ ਨਾਲ। ਕਹਿੰਦੇ ਕਹਿ ਰਵਿਦਾਸ, ਭਾਵ ਰਵਿਦਾਸ ਆਖਦਾ ਹੈ ਹਾਥ ਪੈ ਨੇੜੇ। ਰੱਬ ਨੂੰ ਇਉਂ ਸਮਝੋ ਤੁਹਾਡੇ ਹੱਥਾਂ ਤੋਂ ਵੀ ਨੇੜੇ ਆ। ਬੰਦੇ ਦੇ ਹੱਥ ਲੱਗਦਾ ਬੰਦੇ ਨੂੰ ਸਭ ਤੋਂ ਨੇੜੇ ਆ। ਕਹਿੰਦੇ ਉਹ ਹੱਥਾਂ ਤੋਂ ਵੀ ਤੁਹਾਡੇ ਨੇੜੇ ਹੀ ਆ। ਜੋ ਤੁਸੀਂ ਹੱਥਾਂ ਨਾਲ ਕਰ ਰਹੇ ਹੋ ਉਹਨੂੰ ਪਤਾ ਹੈ। ਸਹਿਜੇ ਹੋਏ ਸੋ ਹੋਈ। ਤੇ ਇਹ ਸਹਿਜੇ ਹੋਏ ਸੋ ਹੋਈ ਦੇ ਅਰਥ ਵਿਦਵਾਨਾਂ ਨੇ ਕੀਤੇ ਆ। ਇਹ ਉਹਦੀ ਰਜਾ ਹੀ ਆ, ਪਰਮਾਤਮਾ ਦੀ ਰਜਾ ਵਿੱਚ ਹੋ ਰਿਹਾ, ਸਹਿਜੇ ਹੋ ਰਿਹਾ। ਉਹਨੂੰ ਕੋਈ ਕਾਹਲ ਨਹੀਂ ਪਈ, ਉਹਨੂੰ ਕੋਈ ਅੱਚ ਵੀ ਨਹੀਂ ਲੱਗੀ, ਉਹਨੂੰ ਕੋਈ ਤਿਲ ਨਹੀਂ, ਉਹਨੂੰ ਤਮਾ ਨਹੀਂ, ਕੋਈ ਤਿਲ ਜਿੰਨੀ ਤਮਾ ਨਹੀਂ। ਭਾਵ ਉਹ ਸਹਿਜ ਤਰੀਕੇ ਨਾਲ ਹੀ ਕਰ ਰਿਹਾ। ਸਾਨੂੰ ਲੱਗਦਾ ਵੀ ਦੁਨੀਆ ਭੱਜੀ ਫਿਰਦੀ ਆ, ਇੱਦਾਂ ਹੈ ਇੱਦਾਂ, ਪਰ ਉਹਦੇ ਹੁਕਮ ਦੇ ਵਿੱਚ ਸਹਿਜ ਵਿੱਚ ਸਭ ਕੁਝ ਚੱਲ ਰਿਹਾ। ਧਰਤੀ ਸਹਿਜ ਵਿੱਚ ਘੁੰਮਦੀ ਆ, ਸੂਰਜ ਸਹਿਜ ਵਿੱਚ ਚੜ੍ਹਦਾ ਛਿਪ ਜਾਂਦਾ ਸ਼ਾਮੀ, ਤੇ ਪੂਰਬ 'ਚੋਂ ਚੜ੍ਹਦਾ ਪੱਛਮ ਵਿੱਚ ਅਸਤ ਹੋ ਜਾਂਦਾ। ਇਹ ਚੀਜ਼ਾਂ ਸਾਰੀਆਂ ਮਾਲਕ ਨੇ ਜਿਹੜੀਆਂ ਬਣਾਈਆਂ ਸਹਿਜ ਵਿੱਚ ਹਨ। ਤਾਂ ਗੁਰੂ ਪਿਆਰਿਓ, ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਹਰ ਦਿਲ ਵਿੱਚ ਉਹ ਵਸਦਾ ਹੈ। ਇਹਦਾ ਕੇਂਦਰੀ ਭਾਵ ਪਤਾ ਕੀ ਆ? ਭਾਵ ਅਰਥ ਸ਼ਬਦ ਦੇ ਮੈਂ ਦੁਨੀਆ ਨੂੰ ਹੋਰ ਸਮਝੀ ਫਿਰਦਾ, ਰੱਬ ਨੂੰ ਹੋਰ ਸਮਝੀ ਫਿਰਦਾ। ਨਹੀਂ, ਇੱਦਾਂ ਨਾ ਕਰੋ। ਭਗਤ ਰਵਿਦਾਸ ਜੀ ਕਹਿੰਦੇ ਇੱਦਾਂ ਤੁਸੀਂ ਕਹਿ ਰਹੇ ਹੋ ਵੀ ਸਮੁੰਦਰ ਹੋਰ ਚੀਜ਼ ਆ, ਅਨਲ ਅਗਮ ਜੈਸੇ ਲਹਿਰ ਮਯੋ ਦਦ, ਜਲ ਕੇਵਲ ਜਲ ਮਾਹੀ। ਲਹਿਰਾਂ ਹੋਰ ਚੀਜ਼ ਆ, ਇਵੇਂ ਨਾ ਕਹੋ। ਇਹ ਕਹੋ ਸਮੁੰਦਰ ਹੈ, ਪਰ ਸਮੁੰਦਰ ਦਾ ਰੂਪ ਹੀ ਲਹਿਰਾਂ ਨੇ। ਸੋਨਾ ਹੈ, ਸੋਨੇ ਤੋਂ ਬਣੇ ਹੋਏ ਗਹਿਣੇ ਹੀ ਉਹਦਾ ਰੂਪ ਨੇ। ਹਾਂ, ਕੋਈ ਕੜਾ ਬਣਾ ਦੇਵੇ, ਸੁਨਿਆਰ, ਕੋਈ ਮੁੰਦਰੀ, ਕੋਈ ਵੀ ਗਹਿਣਾ, ਇਹਦੇ ਬਾਰੇ ਤੁਹਾਨੂੰ ਵੱਧ ਪਤਾ ਹੋਵੇਗਾ ਕਿੰਨੇ ਕੁ ਤਰ੍ਹਾਂ ਦੇ ਹੈਗੇ ਗਹਿਣੇ। ਰਹਿਣਾ ਉਹਨਾਂ ਸੋਨਾ ਹੀ ਆ। ਮੇਰਾ ਭਰਾ ਹੈ, ਮੇਰੀ ਭੈਣ ਹੈ, ਕੋਈ ਵੀ ਦੋਸਤ ਆ, ਮਿੱਤਰ ਆ, ਸੱਜਣ ਆ, ਸੰਬੰਧੀ ਆ, ਸਾਰਿਆਂ ਵਿੱਚ ਉਹ ਸਮਾਇਆ ਹੋਇਆ ਹੈ। ਸਾਰੇ ਉਸੇ ਦਾ ਹੀ ਰੂਪ ਨੇ। ਤਾਂ ਹੁਣ ਜਦੋਂ ਸਾਰੇ ਉਸੇ ਦਾ ਰੂਪ ਨੇ, ਸਾਰਿਆਂ ਦੇ ਦਿਲਾਂ ਵਿੱਚ ਉਹ ਵਸਦਾ, ਹੁਣ ਮੈਂ ਦੱਸੋ ਕਿਹਨੂੰ ਦੁਖੀ ਕਰਾਂ? ਹੁਣ ਦੱਸੋ ਮੈਂ ਕਿਹਦਾ ਦਿਲ ਤੋੜਾਂ? ਇਹ ਪੰਕਤੀ ਵੀ ਆਉਂਦੀ ਆ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਸਾਰੀ ਖਲਕਤ ਵਿੱਚ, ਕਣ ਕਣ ਵਿੱਚ ਉਹ ਵਸਦਾ। ਅੱਗੇ ਪੰਕਤੀ ਇੱਥੇ ਮੁੱਕਦੀ ਨਹੀਂ, ਰਿਜ਼ਲਟ ਅੱਗੇ ਉਹ ਕੱਢਦੇ ਨੇ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਹੁਣ ਦੱਸੋ ਮੈਂ ਕਿਹਨੂੰ ਮਾੜਾ ਆਖਾਂ? ਬੰਦੇ ਨੂੰ ਮਾੜਾ ਆਖਣਾ, ਰੱਬ ਨੂੰ ਮਾੜਾ ਆਖਣਾ। ਇਹ ਸੁਰਤ ਜਾਗੀ ਹੋਈ, ਭਾਵ ਇਹ ਬਹੁਤ ਬਰੀਕੀ ਵਿੱਚੋਂ ਨਿਕਲੀ ਗੱਲ ਆ। ਉਵੇਂ ਨਹੀਂ ਉਹ ਕਹਿ ਰਹੇ, ਉਹਨਾਂ ਨੂੰ ਦਿਖ ਰਿਹਾ, ਮਹਿਸੂਸ ਹੋ ਰਿਹਾ ਸਾਹਮਣੇ ਵਾਲੇ ਵਿੱਚ ਪਰਮਾਤਮਾ ਉਹਦੇ ਦਿਲ 'ਚ ਬੈਠਾ, ਤੇ ਤਾਂ ਉਹ ਭਗਤ ਇੱਦਾਂ ਆਖਦੇ ਰਹਿੰਦੇ ਨੇ। ਤਾਂ ਅਸੀਂ ਵੀ ਥੋੜ੍ਹੀ ਜਿਹੀ ਸੁਰਤ ਆਪਦੀ ਜਗਾਉਣੀ ਆ। ਉਹ ਜਾਗੂਗੀ ਤਾਂ ਹੀ ਜੇ ਅਸੀਂ ਸੰਗਤ ਕਰਾਂਗੇ ਜਿਹਦੇ ਵਿੱਚ ਨਾਮ ਹੈ। ਜਿੰਨਾ ਤੁਸੀਂ ਵਾਹਿਗੁਰੂ ਜਪ ਲਓਗੇ ਓਨਾ ਕੀ ਬਸ ਉਹ ਤੁਹਾਡਾ ਮਨ ਜਾਗੂਗਾ। ਇਹ ਸਮਝੋ, ਜਿੰਨਾ ਕੁ ਉਹਨੂੰ ਹਲੂਣਾ ਜਿਹਾ ਦੇ ਦੋਗੇ ਓਨਾ ਕੀ ਉਹ 1% ਜੇ ਤੁਸੀਂ ਜਪ ਰਹੇ ਹੋ ਤਾਂ 1% ਹੀ ਉਹ ਜਾਗੂਗਾ। ਇਹ 100% ਜਗਾਉਣਾ, 100% ਜਗਾਉਣਾ ਤੇ 100% ਜਪਣਾ ਪਵੇਗਾ। ਪਾਣੀ ਜਿਹੜਾ ਹੁੰਦਾ ਉਹ ਭਾਵ ਕਦੋਂ ਬਣਦਾ? 100 ਡਿਗਰੀ ਤੇ ਜਾ ਕੇ ਬਣਦਾ, ਪਹਿਲਾਂ ਨਹੀਂ ਬਣਦਾ। ਇੰਨੀ ਬਰੀਕੀ ਚਾਹੀਦੀ ਹੈ। ਭਾਵ ਪੂਰੇ ਮਨ ਨਾਲ ਜਪਣਾ ਪਵੇਗਾ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਭਗਤ ਰਵਿਦਾਸ ਜੀ ਦੇ ਕਹਿਣੇ ਨੇ, ਬਹੁਤ ਪਿਆਰੀ ਬਾਣੀ ਆ। ਉਹਦੀ ਕਥਾ ਵੀ ਨਹੀਂ ਹੋ ਸਕਦੀ ਜੋ ਭਗਤ ਜੀ ਨੇ ਆਖਿਆ। ਇੱਕ ਕੋਸ਼ਿਸ਼ ਆ ਨਿਮਾਣੀ, ਗੁਰੂ ਮਹਾਰਾਜ ਬਸ ਅਸੀਸ ਬਖਸ਼ਣ, ਸਾਰੀ ਸੰਗਤ ਆਪਣਾ ਪਿਆਰ ਬਖਸ਼ੋ ਕਿ ਇੱਦਾਂ ਹੀ ਗੁਰੂ ਮਹਾਰਾਜ ਨਾਲ ਦਿਲੋਂ ਪਿਆਰ ਬਣਿਆ ਰਹੇ। ਆਓ ਇਕੱਠੇ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੀਏ 2 ਮਿੰਟ ਵਾਸਤੇ। ਪੂਰੇ ਇੱਕ ਮਨ ਇੱਕ ਚਿੱਤ ਹੋ ਕੇ ਭੁੱਲ ਜਾਓ ਪਰਿਵਾਰ ਨੂੰ, ਭੁੱਲ ਜਾਓ 2 ਮਿੰਟ ਵਾਸਤੇ ਧੰਦਿਆਂ ਨੂੰ। ਬਸ ਉਸ ਦੀ ਯਾਦ ਆਵੇ ਅੰਦਰ। 2 ਮਿੰਟ ਵਿੱਚ ਹੀ ਵਾਹਿਗੁਰੂ ਜੀ ਬਰਕਤਾਂ ਤੇ ਅਸੀਸਾਂ ਪਾਉਣ। ਆਓ ਪਿਆਰ ਦੇ ਨਾਲ ਰਲ ਕੇ ਵਾਹਿਗੁਰੂ ਕਹੀਏ ਜੀ।
ਗੁਰੂ ਵਾਹਿਗੁਰੂ ਦੇਹੋ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ